ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। 2020 ਦੇ ਵਿੱਚ ਕੋਵਿਡ-19 ਦੇ ਆਉਣ ਨਾਲ ਲੋਕਡਾਊਨ ਲੱਗ ਗਿਆ, ਜਿਸ ਤੋਂ ਬਾਅਦ ਕਿ ਨਾ ਸਿਰਫ ਸਾਰੀ ਦੁਨੀਆ ਦੀ ਆਰਥਿਕ ਸਥਿਤੀ ਹਿੱਲ ਗਈ, ਬੱਚਿਆਂ ਦੀ ਪੜ੍ਹਾਈ ਦੇ ਉੱਤੇ ਵੀ ਕਾਫੀ ਅਸਰ ਪਿਆ। ਪਰ ਹਾਲ ਹੀ ਦੇ ਵਿੱਚ CBSE ਨੇ ਆਪਣਾ 10ਵੀਂ ਦਾ ਰਿਜ਼ਲਟ ਅਨਾਉਂਸ ਕੀਤਾ, ਜਿਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ, ਕਿਉਂਕਿ 91% ਬੱਚੇ ਜਿਹੜੇ ਸੀਗੇ ਅੱਛੇ ਨੰਬਰਾਂ ਦੇ ਨਾਲ ਪਾਸ ਹੋ ਚੁੱਕੇ ਨੇ। ਤੇ ਇਸ ਵੇਲੇ ਅਸੀਂ ਮੌਜੂਦ ਆ ਜਲੰਧਰ ਦੇ ਵਿੱਚ ਅਨਮੋਲ ਗਰਗ ਦੇ ਨਾਲ, ਜਿਨ੍ਹਾਂ ਨੇ ਇਸ ਵੇਲੇ 96% ਸਕੋਰ ਕੀਤਾ ਹੈ 10th ਦੇ ਵਿੱਚੋਂ। ਤੇ ਸਭ ਤੋਂ ਪਹਿਲਾ ਸਵਾਲ ਇਹੀ ਬਣਦਾ ਤੁਹਾਡੇ ਨਾਲ ਕਿ ਕਿੱਦਾਂ ਦਾ ਫੀਲ ਕਰ ਰਹੇ ਹੋ ਇਸ ਵੇਲੇ? बहुत अच्छा लग रहा है। ਬਹੁਤ ਅੱਛਾ ਲੱਗ ਰਿਹਾ। ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਮੇਰਾ ਇਹ ਰਹੇਗਾ ਕਿ ਤੁਸੀਂ ਇਸ ਐਗਜ਼ਾਮ ਦੇ ਲਈ 10th ਦੇ ਲਈ ਇਸ ਤਰੀਕੇ ਨਾਲ ਪ੍ਰਿਪੇਅਰ ਕੀਤਾ ਸੀ ਕਿ ਟੌਪ ਹੀ ਕਰਨਾ ਹੈ, ਜਾਂ ਫਿਰ ਇੱਕ ਬੈਂਚਮਾਰਕ ਸੈੱਟ ਕੀਤਾ ਸੀ ਕਿ 80+ ਲੈਣੇ ਆ, 90+ ਲੈਣੇ ਆ, ਤੇ ਕੀ ਅੱਗੇ ਜਿਹੜਾ ਰਿਜ਼ਲਟ ਆਇਆ ਉਹ ਸਰਪ੍ਰਾਈਜ਼ ਸੀ ਜਾਂ ਐਕਸਪੈਕਟਡ ਸੀ? मैंने मार्क्स और पोजीशन की जगह फोकस किया था कि कॉन्सेप्ट अच्छा बने, क्योंकि 11th 12th में कॉन्सेप्ट ही है जो काम आएगा आपके। तो मैंने जैसे स्टडीज़ को जैसे इंटरेस्ट के साथ नॉलेज के लिए पढ़ा था रादर दैन पोजीशन एंड मार्क्स। और हाँ, मेरे पेपर्स अच्छे गए थे, तो मुझे एक्सपेक्टेड था कि अच्छे मार्क्स आ जाएंगे। पोजीशन का ऐसा मैंने कोई टारगेट नहीं रखा था। ਜੇਕਰ ਮੈਂ ਗੱਲ ਕਰਾਂ ਕਿ ਤੁਸੀਂ ਟਾਰਗੇਟ ਨਹੀਂ ਰੱਖਿਆ ਸੀਗਾ, ਫਿਰ ਵੀ ਇੱਕ ਮਿਨੀਮਮ ਐਕਸਪੈਕਟੇਸ਼ਨ ਹੁੰਦੀ ਹੈ ਦਿਲ ਦੇ ਵਿੱਚ ਕਿ ਹਾਂ ਮੇਰੇ 85+ 90+ ਇੰਨੇ ਪਰਸੈਂਟੇਜ ਆਉਣੀ ਚਾਹੀਦੀ ਹੈ, ਮੈਂ ਇੰਨਾ ਅੱਛਾ ਸਕੋਰ ਕੀਤਾ ਹੈ, ਇੰਨਾ ਅੱਛਾ ਅਟੈਂਪਟ ਕੀਤਾ ਹੈ। ਸੋ ਫਿਰ ਵੀ ਇੱਕ ਐਕਸਪੈਕਟੇਸ਼ਨ ਕੀ ਸੀਗੀ? ਕੀ ਉਹ ਐਕਸਪੈਕਟੇਸ਼ਨ ਐਕਸੀਡ ਹੋਈ ਜਾਂ ਕੀ ਉਹ ਐਕਸਪੈਕਟੇਸ਼ਨ ਘੱਟ ਰਹਿ ਗਈ? मेरी एक्सपेक्टेशन 95% थी और उससे एक्सीड ही हुआ। ਸੋ ਬਹੁਤ ਹੀ ਚੰਗੀ ਗੱਲ ਹੈ। ਸਭ ਤੋਂ ਵੱਡਾ ਸਵਾਲ ਇਸ ਵੇਲੇ ਤੁਹਾਡੇ ਨਾਲ ਇਹ ਬਣਦਾ ਹੈ ਵੀ ਹੁਣ ਅੱਗੇ ਫਿਊਚਰ ਦੇ ਵਿੱਚ ਤੁਸੀਂ ਕਿਹੜੀ ਸਟਰੀਮ ਸਿਲੈਕਟ ਕਰੋਗੇ ਜਾਂ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ? ਕਿਉਂਕਿ 10th ਤੋਂ ਬਾਅਦ ਅਕਸਰ ਕਰੀਅਰ ਸਿਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ। ਹਾਲੇ ਤੱਕ ਕਨਫਿਊਜ਼ਨ ਕਲੀਅਰ ਕੀਤੀ ਹੈ ਕਿ ਨਹੀਂ? मेरा जैसे काफ़ी पहले से ही क्लियर था कि मैंने मेडिकल लेनी है। जैसे पापा से काफ़ी ज़्यादा मुझे इंस्पिरेशन मिली थी कि जैसे पापा कई लोगों की हेल्प करते जो पुअर हैं, पापा भी जैसे मेरे डॉक्टर हैं, तो उनसे काफ़ी ज़्यादा इंस्पिरेशन मिली थी। तो मैंने डॉक्टर ही बनना है और जैसे कम्युनिटी में अफोर्डेबल एंड बहुत अच्छा ट्रीटमेंट प्रोवाइड करना है मैंने। ਸੋ ਸਭ ਤੋਂ ਪਹਿਲਾ ਸਵਾਲ ਹੁਣ ਇਸੇ ਚੀਜ਼ ਤੋਂ ਬਾਅਦ ਮੇਰਾ ਤੁਹਾਡੇ ਨਾਲ ਇਹੀ ਬਣੇਗਾ ਕਿ ਸਿਟੀ ਦੇ ਜਲੰਧਰ ਦੇ ਨੰਬਰ 1 ਹਾਰਟ ਸਰਜਨ ਦੇ ਬੇਟੇ ਹੋਣ ਦੇ ਨਾਤੇ ਕਿੰਨਾ ਕੁ ਪ੍ਰੈਸ਼ਰ ਸੀਗਾ ਕਿ ਹਾਂ ਇੰਨੇ ਨੰਬਰ 'ਤੇ ਲਿਆਣੇ ਆ, ਜਾਂ ਫਾਦਰ ਵੱਲੋਂ, ਮਦਰ ਵੱਲੋਂ ਜਾਂ ਪੇਰੈਂਟਸ ਵੱਲੋਂ ਕਿੰਨਾ ਕੁ ਪ੍ਰੈਸ਼ਰ ਸੀਗਾ ਕਿ ਇੰਨੇ ਪਰਸੈਂਟੇਜ ਆਉਣੀ ਚਾਹੀਦੀ, ਜੇ ਨਹੀਂ ਆਈ ਤਾਂ ਵੀਲ ਬੀ ਗੋਇੰਗ ਟੂ ਬੀ ਸਟ੍ਰਿਕਟ ਔਨ ਟੂ ਯੂ? जैसे मेरे साथ ये बहुत अच्छा था कि मेरे पेरेंट्स ने कभी भी मार्क्स के लिए नहीं प्रेशर डाला। मेरे पेरेंट्स का हमेशा से था कि हार्ड वर्क अच्छे से करो, फिर मार्क्स चाहे जो मर्जी हो उससे नहीं फ़र्क पड़ता, लेकिन हार्ड वर्क में कमी नहीं होनी चाहिए। आप अपना बेस्ट दो, फिर जो भी रिज़ल्ट हो उससे फ़र्क नहीं पड़ता। तो ये मॉरल सपोर्ट काफ़ी ज़्यादा हो जाते हैं कि यू जस्ट हैव टू वर्क हार्ड एंड नॉट वरी अबाउट द रिज़ल्ट। ਬਹੁਤ ਹੀ ਸੋਹਣੀ ਗੱਲ ਕੀਤੀ ਤੁਸੀਂ ਕਿ ਪੇਰੈਂਟਸ ਜਦੋਂ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਬੱਚੇ ਨੂੰ, ਤਾਂ ਬੱਚਾ ਹਮੇਸ਼ਾ ਕਿਸੇ ਨਾ ਕਿਸੇ ਪਾਸੇ ਐਕਸੈਲ ਜ਼ਰੂਰ ਕਰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਕੋਈ ਹੋਰ ਸਵਾਲ ਪੁੱਛਾਂ, ਸਭ ਤੋਂ ਪਹਿਲੀ ਗੱਲਬਾਤ ਕਰਦੇ ਹਾਂ ਇਸ ਵੇਲੇ ਫਾਦਰ ਦੇ ਨਾਲ ਕਿ ਕਿੰਨੀ ਕੁ ਐਕਸਪੈਕਟੇਸ਼ਨ ਸੀਗੀਆਂ, ਪੂਰੀ ਹੋਈ? ਇੱਕ ਪ੍ਰੈਸ਼ਰ ਵੀ ਆ ਜਾਂਦਾ ਸੋਸਾਇਟੀ ਦੇ ਵਿੱਚ ਕਿ ਡਾਕਟਰ ਦਾ ਬੇਟਾ ਹੈ, ਸੋ ਸੋਸਾਇਟੀ ਨੂੰ ਲੈ ਕੇ ਜਾਂ ਆਪਣੇ ਪੈਰੈਂਟਲ ਲੈਵਲ 'ਤੇ ਲੈ ਕੇ ਕਿੰਨਾ ਕੁ ਪ੍ਰੈਸ਼ਰ ਸੀਗਾ ਇਸ ਚੀਜ਼ ਦਾ? ਕਿਉਂਕਿ ਫਸਟ ਟਾਈਮ ਯੂਰ ਚਾਈਲਡ ਜਸਟ ਪਾਸ ਦ 10th ਹੈ ਨਾ, ਅਤੇ ਅੱਛੇ ਨੰਬਰਾਂ ਨਾਲ ਮੈਰਿਟ ਦੇ ਵਿੱਚ ਕਿੱਦਾਂ ਦਾ ਫੀਲ ਕਰ ਰਹੇ ਹੋ ਅਤੇ ਕੀ ਪ੍ਰੈਸ਼ਰ ਸੀਗਾ? मुझे बहुत ही अच्छा लगा कि मेरे अनमोल ने बहुत ही अच्छे मार्क्स के साथ में 10th पास किया। एक्सपेक्टेशंस तो मुझे हमेशा से रही है कि ये अच्छे से अच्छा करे, और मुझे उम्मीद भी थी कि इसके 90+ आएंगे। 96.2 वेरी गुड मार्क्स, लेकिन अभी लंबी लड़ाई है और इसको आगे काफ़ी कुछ अचीव करना है। जहाँ तक फ्यूचर कैरियर का सवाल है, बीइंग अ डॉक्टर सन, उसने हमेशा मुझे एज अ इंस्पिरेशन रोल मॉडल देखा है एंड ही वांट्स टू बी डॉक्टर। लेकिन अगर ये किसी और भी स्ट्रीम में जाना चाहता तो मेरे लिए मोस्ट वेलकम है, क्योंकि लाइफ में एक इंटरेस्ट के साथ में जो काम किया जाए वही सबसे अच्छा होता है। ਸੋ APJ ਸਕੂਲ ਦੇ ਤੁਸੀਂ ਸਟੂਡੈਂਟ ਹੋ,
ਮੈਮ ਤੁਹਾਡੇ ਨਾਲ ਵੀ ਮੈਂ ਇੱਕ ਸਵਾਲ ਜ਼ਰੂਰ ਕਰਾਂਗਾ ਕਿ ਕਿਤੇ ਕਦੀ ਤੁਹਾਨੂੰ ਮਦਰਸ ਲਵ ਸ਼ੋ ਕਰਨਾ ਪਿਆ ਕਿ ਹਾਂ ਚਲ ਕੋਈ ਗੱਲ ਨਹੀਂ ਇਸ ਵਾਰ ਨਹੀਂ ਸਕੋਰ ਹੋਇਆ ਨੈਕਸਟ ਟਾਈਮ ਸਹੀ, ਜਾਂ ਕਿਤੇ ਕਦੀ ਇਦਾਂ ਹੋਇਆ ਕਿ ਤੁਹਾਨੂੰ ਇਹ ਸ਼ੋ ਕਰਨਾ ਪਿਆ ਕਿ ਯੂ ਨੀਡ ਟੂ ਫੋਕਸ ਔਨ ਟੂ ਯੋਰ ਸਟੱਡੀਜ਼, ਅਦਰਵਾइज ਮੈਂ ਪਾਪਾ ਨੂੰ ਦੱਸ ਕੇ ਤੇਰੀ ਸ਼ਿਕਾਇਤ ਲਗਾ ਦਾਂਗੀ ਜ਼ਰੂਰ। ये शुरू से ही बहुत सिंसियर चाइल्ड रहा है, स्टूडेंट रहा है, तो मुझे ऐसा तो कभी नहीं हुआ कि इसे डराना पड़े। ये खुद से ही अपने बेस्ट इनपुट्स देता है हमेशा पढ़ाई में। ਜੇਕਰ ਮੈਂ ਗੱਲ ਕਰਾਂ ਕਿ ਮਦਰਸ ਲਵ ਦੀ, ਜੇਕਰ ਮੈਂ ਹੁਣ ਗੱਲ ਮੈਂਸ਼ਨ ਕੀਤਾ ਹੈ ਕਿ ਮਦਰਸ ਲਵ ਕਿੱਥੇ ਕਿੱਥੇ ਸ਼ੋਅ ਕਰਨਾ ਪੈਂਦਾ ਹੈ, ਕਿ ਇਹਨੂੰ ਸਟੱਡੀ ਤੋਂ ਚੱਕ ਕੇ ਬਾਹਰ ਭੇਜਣਾ ਪੈਂਦਾ ਕਿ ਗੋ ਆਊਟਸਾਈਡ ਤੇ ਥੋੜਾ ਖੇਲੋ, ਥੋੜਾ ਆਪਣੇ ਆਪ ਤੇ ਧਿਆਨ ਵੀ ਦਿਓ, ਸਟੱਡੀ ਜ਼ਰੂਰੀ ਨਹੀਂ ਹੈ, ਜਾਂ ਕਦੀ ਸਿਰਫ ਇੱਦਾਂ ਹੋਇਆ ਵੀ ਬੱਚੇ ਬਸ ਕਰ ਹੁਣ खेलना बंद कर दे, वापस पढ़ने भी बैठ जा। मदर्स लव बच्चों के लिए बहुत इम्पॉर्टेंट है। फादर्स यूजुअली बहुत स्ट्रिक्ट होते हैं, एक मदर्स ही होती हैं जो बच्चों को थोड़ा पैम्पर करती हैं और उनका मॉरल सपोर्ट बढ़ाती हैं और उनका प्रेशर भी थोड़ा रिलीज़ करती हैं। सो आई फील दोनों का जो कॉम्बिनेशन होता है, फादर्स स्ट्रिक्टनेस एंड मदर्स लव, दे दीज टू थिंग्स प्ले अ इम्पॉर्टेंट रोल। काफ़ी दोनों की ही अहमियत है। तो जेकर मैं गल करा कि कितना क ज़्यादा नोटोरियस, शरारती या किसी भी तरह मतलब तंग करता है अनमोल? तंग सारिਆਂ ਨੂੰ नहीं दसना चाहते तुसीं? नहीं, तंग तो नहीं करता है, शरारती तो बॉयज़ होते ही हैं। ਸੋ ਹੁਣ ਗੱਲਬਾਤ ਕਰਦੇ ਆ ਆਪਾਂ ਉਸ ਸ਼ਖਸ ਦੇ ਨਾਲ ਜਿਹੜਾ ਬਹੁਤ ਚੁੱਪਚਾਪ ਬੈਠਾ ਹੈ ਤੇ ਕਾਫੀ ਦੇਰ ਤੋਂ ਆਬਜ਼ਰਵ ਕਰ ਰਿਹਾ, ਸਮਾਈਲ ਵੀ ਕਰ ਰਿਹਾ। ਬੱਚੇ ਕੀ ਨਾਮ ਹੈ ਤੁਹਾਡਾ? आकर्ष। ਆਕਰਸ਼ ਅਨਮੋਲ ਨੇ 96% ਸਕੋਰ ਕੀਤੇ। ਕੀ ਟੈਨਸ਼ਨ ਨਹੀਂ ਹੋ ਰਹੀ ਇਸ ਵੇਲੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਉੱਤੇ ਵੀ ਇਹ ਪ੍ਰੈਸ਼ਰ ਪਏਗਾ? जैसे थोड़ी सी है। ਸੋ ਕਿਸ ਤਰੀਕੇ ਦੇ ਨਾਲ ਤੰਗ ਕਰਦੇ ਹੋ ਅਨਮੋਲ ਨੂੰ? ਅਨਮੋਲ ਨੂੰ ਤੰਗ ਕਰਦੇ ਹੋ ਜਾਂ ਉਸ ਨੂੰ ਸਪੋਰਟ ਕਰਦੇ ਹੋ? ਕੀ ਫੀਲ ਕਰਦੇ ਹੋ ਕਿ ਹਾਂ ਉਹਨੂੰ ਇਸ ਤਰੀਕੇ ਦੇ ਨਾਲ ਪੜ੍ਹਨਾ ਚਾਹੀਦਾ ਜਾਂ ਇਹਨੇ ਮੇਰੇ ਲਈ ਗਲਤ ਕਰਤਾ ਆਉਣ ਵਾਲੇ ਟਾਈਮ 'ਚ? जैसे ऐसे तो नहीं कि मेरे लिए गलत कर दिया, इसके खुद के मार्क्स अच्छे आए हैं तो ये बहुत अच्छी बात है। ਸੋ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਅਨਮੋਲ ਨੂੰ ਬੀਟ ਕਰਨਾ ਹੈ ਜਾਂ ਅਨਮੋਲ ਦੇ ਬੈਂਚਮਾਰਕ ਨੂੰ ਟੱਚ ਕਰਨਾ ਹੈ ਜਾਂ ਜਿੱਦਾਂ ਵੀ ਹੋਏਗਾ ਉਹਦਾ ਦੇਖਿਆ ਜਾਏਗਾ? बीट करना है। ਸੋ ਕੰਪੀਟੀਸ਼ਨ ਇਜ਼ ਆਲਵੇਜ਼ ਓਵਰ देयर ਇਨ ਬ੍ਰਦਰਸ, ਹੈ ਨਾ? ਸੋ ਅਨਮੋਲ ਤੁਹਾਡੇ 'ਤੇ ਵਾਪਸ ਆਉਣਾ ਮੈਂ। ਪੜ੍ਹਾਈ ਨੂੰ ਛੱਡ ਕੇ ਹੋਰ ਐਸੇ ਕਿਹੜੇ ਸ਼ੌਂਕ ਨੇ ਜਿਹੜੇ ਤੁਸੀਂ ਆਪਣੇ ਪੂਰੇ ਕਰਨਾ ਚਾਹੁੰਦੇ ਹੋ? ਜੇਕਰ ਮੈਂ ਕਰੀਕੂਲਰ ਐਕਟੀਵਿਟੀਜ਼ ਦੀ ਗੱਲ ਕਰਾਂ, ਸਪੋਰट्स ਦੀ ਗੱਲ ਕਰਾਂ, ਕਰੀਕੂਲਰ ਐਕਟੀਵਿਟੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ? मुझे जैसे कराटे बहुत ज़्यादा पसंद है। मैं जैसे पहले कराटे करता भी था 10th के मिड तक, फिर जैसे थोड़ा बीच में ब्रेक हो गया था क्योंकि मुझे उससे जैसे सेल्फ डिफेंस अगर आता हो तो आपका कॉन्फिडेंस थोड़ा हाई रहता है कि आपको किसी से डरने की नहीं ज़रूरत होती। और जैसे मुझे एक्सरसाइज भी पसंद है, तो जैसे मैं रोज़ सुबह रनिंग भी करता हूँ। उससे जैसे आपका माइंड फ्रेश हो जाता है क्योंकि पढ़ाई के लिए आपको फ्रेशनेस भी ज़रूरी है। तो अगर जैसे आप कोई जैसे पढ़ाई के अलावा आप अपना कोई इंटरेस्ट करते हो तो उससे स्टडीज़ में भी स्पीड बेटर आती है और जैसे आपका कंसंट्रेशन बन जाता है। नहीं तो जैसे अगर आपका माइंड फ्रेश ना हो, आप जैसे बहुत थके हुए हो तो पढ़ाई में भी अच्छे से मन नहीं लग पाता, मुझे ऐसा लगता है। ਬਹੁਤ ਹੀ ਸੋਹਣੀ ਗੱਲ ਕੀਤੀ ਤੁਸੀਂ। ਤੇ ਜੇਕਰ ਮੈਂ ਗੱਲ ਕਰਾਂ ਨੱਚਣ ਗਾਉਣ ਦੀ, ਸਿੰਗਿੰਗ ਦੀ, ਮਿਊਜ਼ਿਕ ਦੀ, ਤੇ ਅਨਮੋਲ ਨੂੰ ਸਭ ਤੋਂ ਜ਼ਿਆਦਾ ਚੀਜ਼ਾਂ ਕੀ ਪਸੰਦ ਹੈ? ਮੂਵੀਜ਼ ਦੇਖਣਾ, ਗਾਣੇ ਸੁਣਨਾ ਜਾਂ ਕੀ ਕਰਨਾ? मुझे जैसे मूवीज़ देखना पसंद है। जैसे मुझे सिंगिंग और डांसिंग इतने अच्छे से आते नहीं है लेकिन जैसे मुझे मूवीज़ देखना पसंद है। ਕਿਸ ਟਾਈਪ ਦੀਆਂ ਮੂਵੀਜ਼ ਦੇਖਦੇ ਹੋ? ਐਕਸ਼ਨ, ਕਾਮੇਡੀ, ਵਾਟ? मुझे एक्शन मूवीज़ पसंद है, हॉलीवुड की एक्शन मूवीज़। ਫੇਵਰੇਟ ਹੀਰੋ ਕੌਣ ਹੈ? टॉम क्रूज़। ਟੌਮ ਕਰੂਜ਼। ਸੋ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੁਣ ਇਹ ਬਣਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦਾ ਸਿਨੈਰੀਓ ਹੈ, ਮੋਸਟ ਆਫ ਦਾ ਯੂਥ ਇਹ ਸਿਲੈਕਟ ਕਰਦਾ ਕਿ ਅਸੀਂ ਅਬਰੋਡ ਜਾ ਕੇ ਸਟੱਡੀਜ਼ ਕਰਨੀ ਹੈ ਜਾਂ ਅਬਰੋਡ 'ਚ ਜਾ ਕੇ ਸੈਟਲ ਹੋਣਾ। ਵਾਟ ਆਰ ਯੋਰ ਓਪੀਨੀਅਨ ਜਾਂ ਤੁਹਾਡਾ ਕੀ ਅੱਗੇ ਪਲਾਨ ਹੈ ਫਿਊਚਰ ਨੂੰ ਲੈ ਕੇ ਕਿ ਤੁਸੀਂ ਇੰਡੀਆ ਦੇ ਵਿੱਚ ਹੀ ਸੈਟਲ ਹੋਣਾ ਹੈ, ਬਾਹਰ ਜਾਣਾ ਹੈ? ਜੇ ਇੱਥੇ ਰਹਿਣਾ ਤਾਂ ਕਿਉਂ, ਬਾਹਰ ਜਾਣਾ ਤਾਂ ਕਿਉਂ? मैं इंडिया में ही रहना चाहता हूँ क्योंकि जैसे यहीं पे ग्रो किया है मैंने, तो जैसे मेरे पेरेंट्स भी यहाँ पर है, तो जैसे मेरे लिए तो बहुत मुश्किल है पेरेंट्स को छोड़कर अब्रॉड जाना क्योंकि फिर पेरेंट्स से मिल भी नहीं सकते। इसलिए मैं तो यहीं पे रहूँगा, जैसे पेरेंट्स के साथ ही रहना चाहता हूँ। और मुझे यहीं पे डॉक्टर बनकर, जैसे अगर आप अपने ही सोसाइटी के पीपल की हेल्प करो तो आपको ज़्यादा खुशी होती है दैन लाइक आप अदर कंट्री के लोगों की करो।
तो मैं तो यही चाहता हूँ कि मैं यहीं पे डॉक्टर बनूँ और यहाँ के लोगों की हेल्प करूँ। यहाँ पे पुअर भी बहुत ज़्यादा हैं, तो उनको जैसे अफोर्डेबल और कईयों को फ्री ट्रीटमेंट दे सकूँ। जैसे मेरा मेन मोटिव है कि यहीं पे डॉक्टर बनकर लोगों को जैसे अच्छा मेडिकल फैसिलिटीज़ प्रोवाइड कर सकूँ। जैसे मनी इज़ नॉट द मैटर फॉर मेडिकल फैसिलिटीज़, ये प्रूव कर सकूँ। जैसे आजकल डॉक्टर्स की काफ़ी वो करते कि सिर्फ वो मनी के पीछे भागते, तो मैं ये प्रूव करना चाहता हूँ कि मनी इज़ नॉट इम्पॉर्टेंट। डॉक्टर्स को पेशेंट्स की जैसे हेल्थ से भी बहुत ज़्यादा फ़र्क पड़ता है, और ये सब मुझे अपने पापा से ही सीखने को मिला है। ਲਾਈਕ ਫਾਦਰ ਲਾਈਕ ਸਨ। ਸੋ ਜੇਕਰ ਮੈਂ ਹੁਣ ਗੱਲ ਕਰਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਡਾਕਟਰੇਟ ਨਹੀਂ, ਜੇ ਆਪਾਂ ਡਾਕਟਰੀ ਨਹੀਂ ਕਰਦੇ ਤੇ ਕਿਹੜੀ ਸਟਰੀਮ ਸਿਲੈਕਟ ਕਰਾਂਗੇ, ਕਿਹੜੀ ਸਟਰੀਮ ਦੇ ਵਿੱਚ ਜਾਵਾਂਗੇ ਇਨ ਕੇਸ ਸਾਨੂੰ ਸਟਰੀਮ ਸਵਿਚ ਕਰਨੀ ਪੈਂਦੀ ਤੇ? मैंने वैसे अभी ऐसा एज सच तो यही है कि अच्छे से मेहनत करूँगा तो हो ही जाना चाहिए, लेकिन अगर नहीं हो पाता डॉक्टर में तो फिर मैं जैसे साइंसेस में अप्रोच आगे करना चाहूँगा, क्योंकि मुझे जैसे साइंस बहुत ज़्यादा पसंद है। ਤੇ ਜੇਕਰ ਮੈਂ ਹੁਣ ਗੱਲ ਕਰਾਂ ਕਿ ਐਡਵੈਂਚਰਸ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਆਪਾਂ ਟਰੈਵਲਿੰਗ ਦੀ ਗੱਲ ਕਰੀਏ, ਸਭ ਤੋਂ ਫੇਵਰੇਟ ਜਗ੍ਹਾ ਇਸ ਵੇਲੇ ਕਿਹੜੀ ਹੈ ਵੀ ਜਿਹਨੂੰ ਆਪਾਂ ਆਪਣੇ ਲਾਈਫ ਬਕਟ ਗੋਲ ਦੇ ਵਿੱਚ ਪਾਇਆ ਹੋਇਆ कि ਇੱਥੇ ਜਾਣਾ ਹੀ जाना विजिट करना ही है, तो या फिर ये चीज़ां करनी ही नहीं? जैसे अभी तो मुझे सबसे ज़्यादा मेरा मन है कि जब जैसे 12th के बाद एक बार ऑस्ट्रेलिया जाना है, वहाँ पे स्कूबा डाइविंग करनी है। जैसे मेन एडवेंचर में तो ये है, और एक बार ऑस्ट्रेलिया में ही एक बार वो स्काई डाइविंग भी करनी है। एडवेंचर में तो अभी यही दो हैं मेन जैसे लिस्ट में। सो मतलब इस वेले ऑन टॉप प्रायोरिटी ਜਿਹੜੀ ਹੈ ਉਹ ਆਸਟ੍ਰੇਲੀਆ ਹੈ, ਬਾਕੀ ਹਾਲੇ ਥੱਲੇ ਹੀ ਨੇ। ਤੇ ਸਰ ਜੇਕਰ ਮੈਂ ਹੁਣ ਤੁਹਾਡੇ ਨਾਲ ਗੱਲ ਕਰਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਅਨਮੋਲ ਤੁਹਾਨੂੰ ਇਹ ਕਹਿੰਦਾ ਹੈ ਵੀ ਆਈ ਨੀਡ ਟੂ ਸਵਿਚ ਮਾਈ ਕਰੀਅਰ ਜਾਂ ਫਿਰ ਮੈਂ ਕਿਸੇ ਕੁਝ ਵੀ ਹੋਰ ਕਰਨਾ ਚਾਹੁੰਦਾ, ਨਾਟ ਦ ਡਾਕਟਰੇਟ, ਸੋ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਦੇਖਦੇ ਹੋ ਜਾਂ ਤੁਹਾਡੀ ਉਸ ਬਾਰੇ ਕੀ ਥਿੰਕਿੰਗ ਹੈ, ਕੀ ਕ੍ਰਾਈਟੇਰੀਆ ਤੁਸੀਂ ਕ੍ਰੀਏਟ ਕਰਦੇ ਹੋ? आगे जाके जिस भी फील्ड में करे, मेरा तो यही मानना है कि अच्छे से अच्छा करे। जो मैं इसका इंटरेस्ट देख रहा हूँ, हाँ, फ़िलहाल तो ये ही वांट्स टू बी अ डॉक्टर, लेकिन मैंने इसका इंटरेस्ट साइंस में देखा है। अगर ये रिसर्च वर्क में जाए तो ये बहुत कुछ अच्छा कर सकता है, क्योंकि इसकी इनोवेटिव आइडियाज़ मुझे बहुत पसंद आते हैं। और दूसरा, अब जैसे इसका जो रिज़ल्ट में आई वुड से कि एपीजे स्कूल में पढ़ा है, उसका काफ़ी अच्छा रोल है। टीचर्स ने बड़ा अच्छे से इसको प्रिपेयर कराया है, तो आई एम थैंकफुल टू द स्कूल ऑल्सो कि एपीजे स्कूल जिसने काफ़ी अच्छा इसको गाइड किया और इसके अच्छे मार्क्स लाने में हेल्पफुल रहा। बाकी अगर ये जिस भी फील्ड में जाए, एज अ पेरेंट मुझे ये है कि ये अच्छे से अच्छा करे और बेस्ट ह्यूमन बीइंग प्रूव करे अपने आप को। ਸੋ ਬਹੁਤ ਹੀ ਅੱਛੀ ਸੋਚ ਬਣਾਈ ਹੋਈ ਹੈ ਤੁਸੀਂ। ਅਨਮੋਲ, ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਜਿਹੜਾ ਆ ਸੋਸਾਇਟੀ ਨੂੰ ਲੈ ਕੇ ਜ਼ਰੂਰ ਬਣਦਾ ਹੈ। ਅੱਜ ਦੇ ਟਾਈਮ ਦੇ ਉੱਤੇ ਟਿਊਸ਼ਨਸ ਬਹੁਤ ਇੰਪੋਰਟੈਂਟ ਹੋ ਚੁੱਕੀਆਂ ਨੇ, ਸਕੂਲ ਸਟੱਡੀਜ਼ ਵੀ ਬਹੁਤ ਜ਼ਰੂਰੀ ਨੇ, ਪਰ ਜੇਕਰ ਅਸੀਂ ਵੇਖੀਏ ਕਿ ਕਈ ਲੋਕ ਐਸੇ ਨੇ ਜਿਹੜੇ ਟਿਊਸ਼ਨ ਫੀਸ ਅਫੋਰਡ ਨਹੀਂ ਕਰ ਸਕਦੇ ਸਕੂਲ ਤੋਂ ਬਾਅਦ, ਤੁਸੀਂ ਕੀ ਸੋਚਦੇ ਹੋ ਕਿ ਸਕੂਲ ਸਟੱਡੀਜ਼ ਜ਼ਿਆਦਾ ਬੈਟਰ ਨੇ ਜਾਂ ਫਿਰ ਟਿਊਸ਼ਨ ਸਟੱਡੀਜ਼ ਬੈਟਰ ਨੇ? मेरे हिसाब से तो स्कूल इनफ है अगर आपके कॉन्सेप्ट्स क्लियर हो जाते हैं, लेकिन जैसे अगर आपके कॉन्सेप्ट्स नहीं बन पा रहे तो आपको हेल्प की ज़रूरत होती है। लेकिन मेरे लिए तो स्कूल इनफ था। जैसे आई वॉज थैंकफुल कि मुझे बहुत अच्छे टीचर्स मिले थे जो मुझे एक्स्ट्रा टाइम में मेरे डाउट्स भी क्लियर कर देते थे और मुझे काफ़ी अच्छा गाइड कर देते थे। तो मेरे लिए तो स्कूल इनफ था। अगर आपके अच्छे टीचर्स हैं तो स्कूल इज़ इनफ। फिर आपको बस सेल्फ स्टडी चाहिए, क्योंकि जैसे सेल्फ स्टडी के बिना चाहे आप जितनी भी अच्छी ट्यूशन कर लो, वहाँ पे कितने सारे बच्चे हैं लेकिन सबके सेम मार्क्स तो नहीं आते। मेन इंपॉर्टेंट तो सेल्फ स्टडी है, लेकिन कॉन्सेप्ट आपका जैसे क्लियर हो जाना चाहिए। आपको अपने टीचर से सैटिस्फाइड होना चाहिए स्कूल के। ਸੋ ਮਤਲਬ ਤੁਹਾਡੇ ਅਕੋਰਡਿੰਗਲੀ ਟਿਊਸ਼ਨ ਇੰਨੀਆਂ ਇੰਪੋਰਟੈਂਟ ਨਹੀਂ ਹੈ ਜਿੰਨੇ ਸਕੂਲ ਸਫੀਸ਼ੀਐਂਟ ਹੈ ਇੱਕ ਬੱਚੇ ਦੀ ਪੜ੍ਹਾਈ ਦੇ ਲਈ। ਅਤੇ ਜੇਕਰ ਹੁਣ ਮੈਂ ਗੱਲ ਕਰਾਂ ਕਿ ਫਾਦਰ ਨੂੰ ਛੱਡ ਕੇ, ਫਾਦਰ ਆਲਰੇਡੀ ਤੁਹਾਡੇ ਇੱਕ ਆਈਡਲ ਨੇ, ਫਾਦਰ ਨੂੰ ਛੱਡ ਕੇ ਕਿਹੜੇ ਐਸੇ ਸ਼ਖਸ ਨੂੰ ਜਾਂ ਕਿਹੜੇ ਐਸੇ ਪਰਸਨ ਨੂੰ ਤੁਸੀਂ ਆਪਣੀ ਇੰਸਪੀਰੇਸ਼ਨ ਮੰਨਦੇ ਹੋ ਵੀ ਹਾਂ ਇਸ ਸ਼ਖਸ ਵਰਗਾ ਲਾਈਫ ਦੇ ਵਿੱਚ ਇੱਕ ਵਾਰ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ? मेरे नाना जी भी मेरे लिए काफ़ी बड़ी इंस्पिरेशन है, क्योंकि वो भी जैसे सेल्फ मेड हैं। उन्होंने भी सब कुछ जैसे खुद ही अचीव किया है, और वो भी जैसे मेरे लिए एक रोल मॉडल हैं कि वो एक बहुत अच्छे ह्यूमन बीइंग है। वो चैरिटी भी बहुत ज़्यादा करते हैं, तो मैं उनके जैसा ह्यूमन बीइंग बनना चाहता हूँ।
ਸੋ ਬਹੁਤ ਹੀ ਸੋਹਣੇ ਵਿਚਾਰ ਇਸ ਵੇਲੇ ਤੁਸੀਂ ਸੁਣੇ ਅਨਮੋਲ ਗਰਗ ਤੋਂ, ਜੋ ਕਿ ਇੱਕ ਡਾਕਟਰ ਦੇ ਬੇਟੇ ਨੇ, ਪਲੱਸ ਸੁਸਾਇਟੀ ਦਾ ਕਿਤੇ ਨਾ ਕਿਤੇ ਇਹ ਪ੍ਰੈਸ਼ਰ ਜ਼ਰੂਰ ਹੁੰਦਾ ਹੈ ਕਿ ਡਾਕਟਰ ਦਾ ਬੇਟਾ ਹੈ ਤੇ ਅੱਛਾ ਪਰਫਾਰਮ ਕਰੇਗਾ ਹੀ, ਪਰ ਉਸ ਬੈਂਚਮਾਰਕ ਨੂੰ ਪਾਸੇ ਰੱਖਦਿਆਂ ਹੋਇਆਂ ਆਪਣੀ ਸਟੱਡੀਜ਼ ਵੱਲ ਫੋਕਸ ਕਰਦਿਆਂ ਹੋਇਆਂ ਇੱਕ ਅੱਛੇ ਨੰਬਰ ਲੈਣਾ ਤੇ ਇੱਕ ਸ਼ਹਿਰ ਦੇ ਵਿੱਚ ਟੌਪ ਕਰਨਾ ਆਪਣੇ ਆਪ ਦੇ ਵਿੱਚ ਇੱਕ ਮੇਨੇ ਰਖਾਉਂਦੀ ਹੈ ਗੱਲ, ਜੋ ਕਿ ਵਾਕਈ ਬਾਕੀ ਬੱਚਿਆਂ ਨੂੰ ਵੀ ਕਾਫੀ ਜ਼ਿਆਦਾ ਸਬਕ ਵੀ ਦੇਗੀ ਤੇ ਇੰਸਪਾਇਰ ਵੀ ਕਰੇਗੀ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।